ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ। ਜੀਵ ਦੇ ਅਕਾਲ ਚਲਾਣੇ ਨਿਮਿਤ ਇਹ ਅੰਤਮ ਮਰਿਆਦਿਤ ਸੰਸਕਾਰਾਂ ਨੂੰ ਅਦਾ ਕਰਦਿਆਂ ਹੋਇਆਂ ਸਮਾਗਮ ਨੇ। ਆਪ ਸਤਸੰਗੀ ਬਣੇ ਹੋ। ਭਾਈ ਸਾਹਿਬ ਜੀ ਹੁਣੇ ਗੁਰਬਾਣੀ ਕੀਰਤਨ ਆਪ ਨੂੰ ਸਰਵਨ ਕਰਵਾ ਰਹੇ ਸੀ। Back to back they have recited two शब्द भगत कबीर जी। बाबा बोलते थे कहाँ गए, देही के संग रहते कथा वार्ता कहते। अजय हुणे गाया। इस तो पिछे नैनू नकटू सरवू रसपत इंद्री कहा न माना, बाबा अब ना बसोए गाँव। सो शब्द तुसी सरवन कीते ने। जिस एनवायरमेंट तुसी बैठे हो, साडा गुरमत स्कूल ऑफ थॉट सानू ये परमिशन देंदा है कि जदों कोई जी धरती तो विदा होंदा है, एक्चुअली जिन्हों तुसी सोल दा डिपार्चर कह लो, या बिल्कुल रैशनलाइज करके when these 5 एलिमेंट get dismantle, इन्हां नहीं वे दोवां रूपां च बाणी गुरु ग्रंथ साहिब च आउंदा। उहदे लई उहनूं एक स्पिरिचुअल सी ऑफ आ। ਉਹਦੇ ਨਾਲ ਦੋ ਰੂਪ ਨੇ। ਇੱਕ ਤੇ ਹੈ ਕਿ ਤੁਹਾਡਾ ਜੋ ਫੈਮਿਲੀ ਹੈ ਦਾ ਹੀਲਿੰਗ ਪ੍ਰੋਸੈਸ। ਦੂਸਰਾ ਜੋ ਜੀ ਗੁਜ਼ਰਿਆ ਹੈ ਉਹਦੇ ਨਿਮਿਤ ਤੁਹਾਡੀਆਂ ਜਿਹੜੀਆਂ ਫਰਜ਼ਾਤ ਨੇ, ਡਿਊਟੀਜ਼ ਨੇ, ਉਹਨਾਂ ਦੀ ਫੁਲਫਿਲਮੈਂਟ। ਸੋ ਇਹ ਸ਼ਬਦ ਆਪ ਨੇ ਸਰਵਨ ਕਰ ਲਏ ਨੇ। ਇਹਨਾਂ ਦੋਨਾਂ ਸ਼ਬਦਾਂ ਦੇ ਛਤਰ ਛਾਇਆ ਹੇਠ ਇਹਨਾਂ ਦੀ ਸ਼ੈਡੋਇੰਗ ਵਿੱਚ ਹੀ ਅਗਲੇ ਕੁਝ ਪਲ ਇਸੇ ਬਾਤ ਪਾਵਾਂਗੇ। जितने कि जी हाजिर हो, एक बार सब प्रेम फतेह बुलानी कह देना जी। वाहिगुरु जी का खालसा, वाहिगुरु जी की फतेह। पहला शब्द जो बाबा कबीर जी का सीगा, उसकी प्रारंभता होंदी है देही गाँव जियो धर महतो बसें पंच किरसाना, नैनू नकटू सरवण रसपत इंद्री कहा न माना, बाबा अब ना बसोए गाँव, कड़ी कड़ी का लेखा मांगे कायद चेतू नाओ। इत्थों शुरू होंदा शब्द है। सैल्फ रिलाइजेशन अपने आप दे विच एक जिहड़ी ह्यूमन लाइफ आ, वी आर गोइंग थ्रू विद कोविड-19 सिचुएशन, बंदे दी ਉਹਦੀ ਵੈਲਬੀਇੰਗ ਵਾਸਤੇ, ਉਹਦੀ ਸੇਫਟੀ ਵਾਸਤੇ, ਉਹਦੀ ਹੈਲਥ ਸਹੀ ਤਰ੍ਹਾਂ ਰਹੇ, ਇਹਦੇ ਵਾਸਤੇ ਬੜੇ ਵੱਡੇ ਲੈਵਲ 'ਤੇ ਪਿਛਲੇ 3-4 ਮਹੀਨਿਆਂ ਤੋਂ ਡਿਸਕਸ਼ਨ ਹੋ ਰਹੀਆਂ ਨੇ, ਚਰਚਾਵਾਂ ਚੱਲ ਰਹੀਆਂ ਨੇ। ਇਹ ਸਾਰੇ ਦੇ ਵਿੱਚ ਜਿਹੜੀ ਚੀਜ਼ ਦਾ ਜ਼ਿਕਰ ਆ ਰਿਹਾ ਹੈ ਉਹ ਇਹ ਹੈਗਾ ਕਿ ਜਿਹੜੀ ਲਾਈਫ ਆ, ਹਿਊਮਨ ਲਾਈਫ ਇਟਸੈਲਫ, ਇਹ ਬੜੀ ਪ੍ਰੀਸ਼ੀਅਸ ਆ। ਇਹਨੂੰ ਗਵਾਉਣਾ ਨਹੀਂ, ਇਹਨੂੰ ਸੰਭਾਲਣਾ, ਇਹਦੀ ਟੇਕ ਕੇਅਰ ਕਰਨੀ ਹੈ। ਇਸ ਕੋਵਿਡ ਦੀ ਸਿਚੁਏਸ਼ਨ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲਣਗੀਆਂ। ਇੱਕ ਇਹ ਵੀ ਚੀਜ਼ ਬਦਲੇਗੀ। ਅਜੇ ਤੱਕ whenever people have any discussion they always talk ਮੇਰੇ ਕੋਲ ਵੈਲਥ ਕਿੰਨੀ ਹੈ, ਮੇਰੇ ਕੋਲ ਪ੍ਰੋਪਰਟੀ ਕਿੰਨੀ ਹੈ, ਮੇਰੇ ਕੋਲ ਪੋਜੈਸ਼ਨ ਕਾਦੀ ਹੈ, ਮੇਰੇ ਕੋਲ ਮੈਂ ਕੀ ਅਚੀਵ ਕੀਤਾ ਹੈ ਹੁਣ ਤੱਕ। ਇਸ ਤੋਂ ਬਾਅਦ ਹਾਲਾਤ ਇਹ ਬਣਨਗੇ, ਮੋਸਟਲੀ ਬਣੇ ਵੀ ਨੇ, what I have or what anybody have, that mean ਸਭ ਤੋਂ ਪਹਿਲਾਂ ਗੱਲ ਹੋਏਗੀ ਹੈਲਦੀ ਹੋਣ ਦੀ। ਮੇਰਾ ਇਮਿਊਨ ਸਿਸਟਮ ਬੜਾ ਸਟਰੋਂਗ ਹੈ, ਫਲਾਓ ਹਾਂ ਉਹਦਾ ਇਮਿਊਨ ਸਿਸਟਮ ਠੀਕ ਹੈ, ਉਹ ਹੈਲਥੀ ਹੈ। ਇੱਥੇ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ, ਇੱਕ ਨਵੀਂ ਬਾਤ ਸ਼ੁਰੂ ਹੋ ਗਈ ਇਸ ਰੂਪ ਦੇ ਵਿੱਚ। ਬਟ ਵਟ ਗੁਰੂ ਗ੍ਰੰਥ ਸਾਹਿਬ ਇਜ਼ ਟੈਲਿੰਗ ਇਨ ਦਿਸ ਸ਼ਬਦ ਪਰਟੀਕੁਲਰਲੀ ਭਗਤ ਕਬੀਰ ਜੀ, ਉਸ ਤੋਂ ਅੱਗੇ ਜਾ ਕੇ ਬਾਤ ਕਰਦੇ ਹੈ ਵੀ ਠੀਕ, ਬਿਲਕੁਲ ਹੈਲਥੀ ਹੈ ਬੰਦਾ, ਬੜਾ ਵਧੀਆ ਆਕਸੀਜਨ ਇਨਹੇਲ ਕਰ ਰਿਹਾ ਹੈਗਾ, ਵਧੀਆ ਖਾ ਪੀ ਰਿਹਾ, ਸਾਰਾ ਕੁਝ, ਐਵਰੀਥਿੰਗ ਇਜ਼ ਗੋਇੰਗ ਸਮੂਥ। ਪਰ ਜੇ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੀ ਇਹ ਐਨਰਜੀ ਹੈ, ਇਹ ਸਾਰੀ ਜਿਹੜੀ ਲਾਈਫ ਇਟਸੈਲਫ ਜਿਹੜੀ ਹੈਪਨ ਹੋ ਰਹੀ ਹੈ, ਇਹ ਕਰ ਕੀ ਰਹੀ ਹੈ? ਭਗਤ ਜੀ ਕਹਿੰਦੇ ਦੇਹੀ ਗਾਂਵ ਜਿਉ ਧਰ ਮਹਿਤੋ, ਮੇਰੇ ਜਦੋਂ ਜਿੰਦ ਨੇ ਮਹਿਤੋ ਬਣ ਕੇ, ਮਹਿਤੋ ਲਫ਼ਜ਼ ਬੜਾ ਪਿਆਰਾ ਲਫ਼ਜ਼ ਹੈ, ਅਸੀਂ ਕਈ ਵਾਰੀ ਧਿਆਨ ਨਹੀਂ ਦਿੰਦੇ।
ਬਾਬਾ ਨਾਨਕ ਜੀ ਦੀ ਜੇ ਸੀ ਇੰਡੀਅਨ ਸੋਸ਼ਲ ਸਟਰਕਚਰ ਦੇ ਵਿੱਚ ਉਹਨਾਂ ਦੀ ਫੈਮਿਲੀ ਵੰਡ ਦੇ ਮੁਤਾਬਕ ਦੇਖਦੇ ਹਾਂ ਅਤੇ ਉਹਨਾਂ ਦਾ ਜਿਹੜਾ ਸਰਨੇਮ ਜਾਂ ਲਾਸਟ ਨੇਮ ਜਾਂ ਸਾਨੂੰ ਤਾਂ ਜਾਤ ਪਾਤ ਤੋਂ ਬਾਹਰ ਕੱਢਿਆ ਬਾਬਾ ਜੀ ਨੇ, ਪਰ ਜੋ ਦੇਖਦੇ ਹੋ ਤਾਂ ਉਹ ਬੇਦੀ ਬਣਦਾ ਹੈ। ਅਤੇ ਅਸੀਂ ਕਹਿੰਦੇ ਹਾਂ ਮਹਿਤਾ ਕਾਲੂ ਜੀ, ਮਹਿਤਾ ਕਲਿਆਣ ਦਾਸ ਜੀ। ਇਹ ਕੀ ਬਾਤ ਬਣੀ? ਦੋ ਸਰਨੇਮ ਕਿੱਦਾਂ ਆ ਗਏ ਫਿਰ? ਜਿਹੜਾ ਇਹ ਮਹਿਤਾ ਲਫ਼ਜ਼ ਹੈ, ਇਹ ਲਫ਼ਜ਼ ਐਕਚੁਅਲੀ ਮਹਿਤੋ, ਪੁਰਾਣੇ ਲਿਟਰੇਚਰ ਨੂੰ ਪੜ੍ਹੋਗੇ ਮਿਲ ਜਾਏਗਾ। ਜਿਹੜੇ ਲੋਕ ਪਟਵਾਰਖਾਨੇ ਦਾ ਕੰਮ ਕਰਦੇ, ਰੈਵਨਿਊ ਰਿਲੇਟਡ, ਜਿਨ੍ਹਾਂ ਦੇ ਕੋਲ ਜਿਹੜੀ ਹੈ ਸਕਿੱਲਸ ਹੁੰਦੀਆਂ, ਤਾਂ ਉਹਨਾਂ ਨੂੰ ਇਹ ਟਾਈਟਲ ਦਿੱਤਾ ਜਾਂਦਾ, ਇਹ ਮਹਿਤੋ ਨੇ। ਆਮ ਜਗੀਰਦਾਰਾਂ ਦੇ ਵਿੱਚ ਹੋਣਾ ਕਿ ਜੇ ਕਿਸੇ ਬੰਦੇ ਨੇ ਆ ਕੇ ਕਹਿਣਾ ਵੀ ਮੈਨੂੰ ਨੌਕਰੀ ਚਾਹੀਦੀ ਹੈ, ਤਾਂ ਉਹਨੇ ਕਹਿਣਾ ਵੀ ਕੀ ਕੰਮ ਜਾਣਦੇ ਹੋ, ਕੰਮ ਜਾਣते हो, तो उन्हें कहना जी हम जो महतो होते हैं। महतो ठीक है भाई, पटवारखाने का काम संभाल लेगा। इनू पता है खसरे किवें पढ़ते हैं, इनू पता है गिरदावरियाँ की होंदियां, इनू पता है कि सारी जिहड़ी है खानाबंदी ते सब चीज़ां जिहड़ियां ने माल महकमे का, मालखाने का महकमे का किवें संबंधकारी करनी है। बाबा कबीर जी कहिंदे जदों मेरी जिंद ने ये महतोकार भाव एक हिसाब किताब किया तो पता लगा देही गांव जियोधर महतो बसें पंच किरसाना। मेरा शरीर मेरा जीवन तो ये पंज मुजारे आके बैठे ने किरसान, जिन्हों तो मेरा पेश ही कोई नहीं जा रही। हालत ये कर दी कि उन्होंने पंजा ने मैनू तो सपोर्ट की करनी सी, मेरी जो परपज़ ऑफ लाइफ सी, मिशन ऑफ लाइफ सीगा, उन्होंने अचीव करने वास्ते हेल्प तो की करनी सी। उल्टा पता की किया, कहते नैनू नकटू सरवनू रसपत इंद्री कहा ना माना। मेरिया जड़ियाँ खास करके आ सेंसिस सीगियां, उन्होंने पंजा फोर्सिस ने इन्हों मेरे तो उधार लिया। एक्चुअली ये असलीयत रियल ट्रैजेडी ऑफ ह्यूमन बीइंग है। असलीयत इस त्रासदी है मनुख की। जिंदगी है, चल रही है, खा रहा है, पी रहा है, हंडा रहा है सब, पर जो असल कार्य करने वाला आया वो प्रति बिल्कुल अनअवेयर है। हुण मैं बात कहांगा, कुछ शब्द इत्थे गाया जा रहा सीगा। आप इत्थे बैठे हो, इत्थे बैठे हाँ किसी गुजरे जी निमित्त तुसीं उहनूं ट्रिब्यूट कर रहे हो समा। ये सारे च बचन गाए जा रहे हैं, इहदी की कोरिलेशन है? हुण च जानना, बाणी कहती है आया गया मोया ना हो। बंदा आया 4 दिन रहा, फिर आखिरकार विदा हो गया। वक्त की चल दे विच हौली हौली बंदियां दे नाम ही गवाच जाते, पर बंदे दा आउणा रहना ते जाना इस सारे दे नाल जिहड़ा साडा सारा मुआशरा आ, इहदे ते कोई प्रभाव पैना चाहिए। वो जिहड़ा प्रभाव आ हुण जी दे गुजरन दे निमित्त, जिवें आप गुरु हजूर बैठे हो, बाई चांस आ पहले हफ्ता कोविड तो बाद तो एकदम जेडे 2-3 महीने के प्रोग्राम रुके थे, प्रोग्राम दोबारा देर हैपनिंग नाउ इन गुरुद्वारा साहब एंड अदर एरियाज विच। तो मैं बाई चांस कल तो अज 2 दिनों के प्रोग्राम में शमूलीयत पाई है। अब देखो इत्थे असी बड़े मतलब जिवें बैठे हाँ सारे मैजरमेंट्स लैके, पर ये नाल एक कंसनट्रेशन भी है, एकाग्रता भी है, एक चीज़ जो गाई जा रही है, पढ़ी जा रही है, उस नाल तुहाडी एक इंट्रैक्शन भी है। जे इत्थे ही कोई विआह का समागम हुंदा, इत्थे कोई होर हुंदा, मोस्टली साडी कोई इंट्रैक्शन नहीं होनी इस लैवल की। इसदा रीज़न यह है जो बंदे नूं किसी का जाना, किसी का चलाना ये दिसदा आ, जिहड़ी मन की एकाग्रता आ ये स्थापित हुंदी है। तो सानू साडे गुरमत लिटरेचर ने यह समझाया आ, एक चित जे एक छिन ध्यायो काल फास के बीच ना आयो। साहब ने कहा कि वो मना तेरा जिहड़ा असल कारज आ ना, तू एक मन एक चित भाए एवें करना आ। सो इस सारे समय नूं इस वास्ते इस्तेमाल किया जा रहा है ताकि जो जी गुजरे आया उन्होंने वेखदियां, उन्होंने याद करदियां होयां असी इस जिंदगी नूं सही रूप में संभाल सकीए। जे इन्ना का कारज साडी सुरत च किते टिक जाए कि ये जिहड़ा जीवन मिलिया है ये वकारां च डुब के ना गवाच जाए। इहदे विच ईरखा, द्वैख, साड़े, निराशता, सिर्फ महत्वाकांक्षावां, जस्ट अनलिमिटेड डिज़ायर्स,
ਇਹਨਾਂ ਨੂੰ ਹੀ ਫੁੱਲਫਿਲ ਕਰਦਿਆਂ ਮੈਂ ਜ਼ਿੰਦਗੀ ਦੀ ਜਿਹੜੀ ਹੈ ਬੇੜੀ ਇਸ ਤਰੀਕੇ ਨਾਲ ਗਵਾ ਲਵਾਂ। ਦੈਟਸ ਨਾਟ ਐਕਚੁਅਲੀ ਮੀਨਿੰਗ ਆਫ ਲਾਈਫ। ਇਸ ਕਰਕੇ ਜੀ ਆਪਣੇ ਜੀਵਨ ਨੂੰ ਚੰਗੇ ਪਾਸੇ ਲਾਇਆ ਜਾਏ। ਜੀ ਦੇ ਗੁਜ਼ਰਨ ਨਿਮਿਤ ਬੈਠਿਆਂ ਇਸ ਕਿਸਮ ਦੀ ਇੱਕ ਰੂਹਾਨੀ ਅਧਿਆਤਮਕ ਤੁਹਾਡੇ ਅੰਦਰ ਇੱਕ ਅਵੇਅਰਨੈਸ ਆ ਜਾਏ। ਸਾਡਾ ਲਿਟਰੇਚਰ ਇਹ ਕਹਿੰਦਾ ਹੈ, ਜਾਣ ਵਾਲੇ ਦਾ ਜਾਣਾ ਭਲਾ ਹੈ, ਤੁਹਾਡਾ ਇੱਥੇ ਬਹਿਣਾ ਭਲਾ ਹੈ। ਇਹ ਹੈ ਪਰਪਸ, ਇਹ ਹੈ ਮੁੱਖ ਆਸ਼ਾ। ਇਸ ਕਰਕੇ ਸਾਡੇ ਘਰ ਇਹ ਬਚਨ ਗਾਏ ਜਾਂਦੇ, ਇਹ ਪੜ੍ਹੇ ਜਾਂਦੇ, ਇਹ ਦੱਸੇ ਜਾਂਦੇ। ਹੁਣ ਇੱਕ ਚੀਜ਼ ਹੋਰ ਕਹਿ ਕੇ ਵਾਈਂਡ ਅਪ ਕਰ ਦਿੰਦਾ, ਕਿਉਂਕਿ ਕਈ ਵਾਰ ਇਹ ਹੋਇਆ ਕਿ ਜੋ ਸਾਡੇ ਘਰ 'ਚ ਸਾਨੂੰ ਮਿਲਿਆ ਸਮਾਨ ਜਾਂ ਸਾਡੇ ਕੋਲ ਆ, ਸਾਨੂੰ ਕਈ ਵਾਰ ਉਹਦੀ ਵੈਲਿਊ ਦਾ ਨਹੀਂ ਪਤਾ ਹੁੰਦਾ। ਮੈਂ ਤਾਂ ਬਹੁਤ ਸਾਰੀਆਂ ਰਿਸਰਚ ਆਉਣ ਵਾਲੀਆਂ ਨੇ, ਕਾਫੀ ਤੇ ਆ ਗਈਆਂ ਨੇ UK ਤੋਂ, ਹੋਰ ਜਿਹੜਾ ਕੁਝ ਇੰਸਟੀਟਿਊਸ਼ਨਸ ਤੋਂ, ਜਿਵੇਂ ਸਾਡਾ ਟ੍ਰੈਡੀਸ਼ਨਲ ਫੂਡ ਆ ਜਾਂ ਸਾਡੀ ਫੂਡ ਚੇਨ ਆ। ਹਲਦੀ ਤੋਂ ਸ਼ੁਰੂ ਕਰ ਲਓ, ਟਰਮਰਿਕ ਤੋਂ ਤੁਸੀਂ ਜਿੰਜਰ, ਗਾਰਲਿਕ, ਸਾਰੇ ਜਿੰਨੇ ਤਰ੍ਹਾਂ ਦੇ ਖਾਸ ਕਰਕੇ ਸਪੀਸੀਸ ਵਗੈਰਾ ਹੈਗੇ ਨੇ, ਇਹ ਸਾਰਿਆਂ ਨੂੰ ਤੁਸੀਂ ਨਾਲ ਲੈ ਲਵੋ ਅਤੇ ਸਭ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਵੈਲਿਊਬਲ ਨੇ। ਹੁਣ ਪਤਾ ਲੱਗ ਰਿਹਾ ਕਿ ਇਮਿਊਨ ਸਿਸਟਮ ਵਾਸਤੇ ਕਿੰਨੇ ਲਾਹੇਵੰਦ ਨੇ। ਸਾਡੇ ਜਿਹੜਾ ਹੈਗਾ ਆ, ਜਿੰਨਾ ਇਨਕਲਾਈਨ ਕਿਸਮ ਦਾ ਫੂਡ ਸਾਡੇ ਇਨਵੋਲਵ ਹੁੰਦਾ ਸੀਗਾ ਖੁਰਾਕ ਵਿੱਚ, ਉਹ ਕਿੰਨਾ ਇੰਪੋਰਟੈਂਟ ਆ। ਬਸ ਐਗਜ਼ੈਕਟਲੀ ਇਸੇ ਤਰੀਕੇ ਦੀ ਬਾਤ ਮੈਂ ਕਰਾਂ। ਮੈਂ ਇੱਥੇ ਕੁਝ ਵਰੇ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ ਕਾਉਂਸਲਿੰਗ ਰਿਲੇਟਡ ਸਟੱਡੀ ਦੇ ਵਿੱਚ ਇਨਵੋਲਵ ਰਿਹਾ, ਅਤੇ ਜੋ ਕੁਝ ਉਹ ਭਾਵੇਂ ਬਿਹੇਵੀਅਰਲ ਸਾਇੰਸਿਸ ਦੇ ਵਿੱਚ ਜਾ ਕੇ, ਭਾਵੇਂ ਜਿਹੜੇ ਉਹਨਾਂ ਦੇ ਕਾਮਨ ਥੈਰੇਪਿਊਟਿਕ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਵਿੱਚ ਜਾ ਕੇ, ਜਿੱਥੇ ਉਹ ਸਾਰਾ ਕੁਝ ਲਿਆ ਕੇ ਕੰਬਾਈਨ ਕਰਦੇ ਬੰਦੇ ਦੀ ਵੈਲਬੀਇੰਗ ਵਾਸਤੇ, ਬੰਦੇ ਨੂੰ ਠੀਕ ਕਰਨ ਵਾਸਤੇ, ਖਾਸ ਕਰਕੇ ਮੈਂਟਲ ਹੈਲਥ ਰਿਲੇਟਡ, ਉਹ 'ਚ ਮੋਸਟਲੀ ਬਾਣੀ ਦਾ ਪੱਖ ਹੈ। ਹੁਣ ਜਿਵੇਂ ਪਹਿਲੀ ਬਾਤ ਇਹ ਕੀਤੀ ਜਾਂਦੀ ਟਾਕ ਥੈਰੇਪੀ ਦੇ ਵਿੱਚ, ਵਟ ਵੀ ਆਰ ਡੂਇੰਗ ਰਾਈਟ ਨਾਓ, ਵਟ ਇਜ਼ ਦਿਸ। ਉਸ ਟਾਕ ਥੈਰੇਪੀ ਦੇ ਵਿੱਚ ਕੀ ਸਮਝਾਇਆ ਜਾਂਦਾ ਹੈਗਾ? ਪਹਿਲੀ ਗੱਲ ਇਹ ਸਮਝਾਈ ਜਾਂਦੀ, ਜਿਵੇਂ ਸਪੋਜ਼ ਕਰੋ ਕੋਈ ਜੀ ਆਇਆ, ਗੁਜ਼ਰ ਗਿਆ। ਹੁਣ ਗੁਜ਼ਰੇ ਜੀ ਦੇ ਨਿਮਿਤ ਬੰਦੇ ਦੇ 'ਚ ਇਮੋਸ਼ਨਲ ਬਰਸਟ ਹੋ ਗਿਆ ਬੜਾ ਵੱਡਾ। ਸਾਡੇ ਨਿਊਰੋ ਸਾਇੰਸਿਸ ਦੀ ਸਟੱਡੀਜ਼ ਦੱਸਦੀਆਂ ਨੇ, ਸਾਡੇ ਮਨ ਦੇ ਜਿਹੜੇ ਕੋਪਿੰਗ ਮਕੈਨਿਜ਼ਮ ਹੁੰਦੇ ਨੇ ਉਸ ਦੁੱਖ ਨਾਲ ਕੋਪ ਕਰਨ ਵਾਸਤੇ, ਪਹਿਲਾ ਤਾਂ ਇਹ ਹੈ, ਅਸੀਂ ਡਿਨਾਇਲ ਵਿੱਚ ਜਾਂਦੇ ਹਾਂ। ਕੋਈ ਬੰਦਾ ਕਹਿੰਦਾ ਸਾਨੂੰ ਆ ਕੇ ਫਲਾਂ ਦੀ ਮੌਤ ਹੋ ਗਈ, ਸਾਡਾ ਇੱਕੋ ਗੱਲ ਹੁੰਦੀ ਹੈ, ਨਾ 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 ਮੈਨੂੰ ਨਾ ਦੱਸ, ਆਈ ਡੋਂਟ ਵਾਂਟ ਟੂ ਹੀਅਰ ਇਟ। ਡਿਨਾਇਲ। ਕਈ ਵਾਰ ਉਮਰਾਂ ਲੰਘ ਜਾਂਦੀਆਂ ਬੰਦਿਆਂ ਦੀਆਂ, ਬੰਦਾ ਡਿਨਾਇਲ 'ਚ ਰਹਿੰਦਾ ਆ। ਮੈਂ ਸਾਡੇ ਬੜੇ ਨੇੜਲੇ ਪਰਿਵਾਰ ਨੇ ਇੱਥੇ ਸਟੇਟਸ ਦੇ ਵਿੱਚ, ਅਤੇ ਜਦੋਂ 2001 ਦੇ ਵਿੱਚ 9/11 ਹੋਇਆ, ਉਹਨਾਂ ਦਾ ਬੱਚਾ ਵੀ ਸੀਗਾ, ਡੈਥ ਹੋ ਗਈ। ਮੁੜ ਕੇ ਉਹਦਾ ਕੁਛ ਵੀ ਨਹੀਂ ਮਿਲਿਆ, ਈਵਨ DNA ਮੈਚ ਵੀ ਨਹੀਂ ਕੀਤਾ। ਹੋ ਸਕਦਾ ਅੱਗ ਜ਼ਿਆਦਾ ਫੈਲ ਗਈ ਕਿਸੇ ਰੂਪ ਦੇ ਵਿੱਚ। ਅਤੇ 2019 ਦੇ ਵਿੱਚ ਲਾਸਟ ਈਅਰ ਮੈਂ ਸੀਗਾ ਘਰੇ ਬੈਠਾ, ਅਤੇ ਆਂਟੀ ਜੀ ਨਾਲ ਗੱਲ ਹੋ ਰਹੀ ਹੈ, ਅਤੇ ਆਂਟੀ ਜੀ ਮੈਨੂੰ ਕਹਿ ਰਹੇ ਨੇ, ਗੁਲਜ਼ਾਰ ਸਿੰਘ ਮੈਨੂੰ ਨਹੀਂ ਲੱਗਦਾ ਉਸ ਦਿਨ ਉਹ ਕੰਮ 'ਤੇ ਗਿਆ। ਨਾ ਨਾ ਨਾ, ਕੰਮ 'ਤੇ ਜਾਂਦਾ ਕੁਛ ਲੱਭਦਾ ਨਾ, ਉਹ ਤਾਂ ਕਿਤੇ ਹੋਰ ਤੁਰ ਗਿਆ। ਡਿਨਾਇਲ। 18 ਸਾਲ ਹੋ ਗਏ, ਅਜੇ ਵੀ ਡਿਨਾਇਲ ਆ। ਨੋ ਨੋ ਨੋ, ਆਈ ਕੈਨ ਨੋਟ ਐਕਸੈਪਟ ਇਟ। ਇਹ ਕੋਈ ਬਹੁਤ ਚੰਗਾ ਕੋਪਿੰਗ ਮਕੈਨਿਜ਼ਮ ਨਹੀਂ ਹੈਗਾ। ਇਹਦੇ ਨਾਲ ਬੰਦੇ ਦੀ ਆਪਣੀ ਤੇ ਆਲੇ ਦੁਆਲੇ ਦੀ ਜਿਹੜੀ ਜ਼ਿੰਦਗੀ ਦੀ ਵੱਡੀ ਤਸਵੀਰ ਆ, ਉਹ ਨਹੀਂ ਤੁਰਦੀ ਇਹਦੇ ਨਾਲ। ਫਿਰ ਦੂਸਰਾ, ਇਹਨੂੰ ਅਸੀਂ ਸਾਈਕੋਲੋਜੀ 'ਚ ਕਹਿੰਦੇ ਹੈਗੇ ਆ ਸਾਈਕੋਲੋਜੀਕਲ ਗਲਿਚ। ਬੰਦਾ ਸਾਡੀ ਆਮ ਕਰਕੇ ਜਿਹੜਾ ਇੱਕ ਦੂਜੇ ਦਾ ਅਸੀਂ ਅਫਸੋਸ ਕਰਨਾ ਕਹਿੰਦੇ ਆ, ਬਹੁਤ ਟਰੈਡੀਸ਼ਨਲ ਇਹਦੇ ਨੇੜੇ ਜਾਂਦਾ ਹੈਗਾ। ਮਤਲਬ ਇੱਕ ਬੰਦਾ 30 ਸਾਲ 40 ਸਾਲ 50 ਸਾਲ 60 ਸਾਲ 70 ਸਾਲ ਰਿਹਾ ਧਰਤੀ 'ਤੇ, ਉਹਦੇ ਨਾਲ ਸਾਡੀਆਂ ਇਸ ਤਰੀਕੇ ਨਾਲ ਸਾਡੀਆਂ ਮੈਮਰੀਜ਼ ਬਿਲਡ ਹੋਈਆਂ, ਅਸੀਂ ਜ਼ਿੰਦਗੀ ਜੀ ਉਹਦੇ ਨਾਲ। ਹੁਣ ਵਿਦਾ ਹੋ ਗਿਆ। ਜਦੋਂ ਵਿਦਾ ਹੋਇਆ ਤਾਂ ਫਿਰ ਸਾਡੇ ਇੱਕ ਹੀ ਖਾਸ ਤੌਰ 'ਤੇ ਇੱਕ ਮੈਮਰੀ ਜਿਹੜੀ ਹੈ ਓਵਰਲੈਪ ਕਰ ਗਈ ਸਾਰੀਆਂ ਦੇ ਉੱਤੇ। ਬੰਦਾ ਵਾਰ-ਵਾਰ ਇਹੋ ਗੱਲ ਕਰੀ ਜਾਂਦਾ, ਬਸ ਆਹੀ ਟਾਈਮ ਸੀਗਾ, ਫੋਨ ਆ ਗਿਆ, ਹੌਸਪੀਟਲ ਨਹੀਂ ਜਾ ਸਕੇ, ਬਸ ਕੋਈ ਰਾਹ ਹੀ ਨਹੀਂ ਲੱਭਾ। ਬਸ ਇਹ ਕੀ ਹੈ? ਗਲਿਚ, ਸਾਈਕੋਲੋਜੀਕਲ ਗਲਿਚ। ਜਿਵੇਂ ਤੁਸੀਂ ਕੋਈ ਡਿਵਾਈਸ ਪਲੇ ਕਰ ਰਹੇ ਹੋ, ਡਿਵਾਈਸ ਦੇ ਨਾਲ ਤੁਹਾਨੂੰ ਤੁਸੀਂ ਕਮਾਂਡ ਦਿੱਤੀ, ਉਹਨੇ ਕਮਾਂਡ ਤੇ ਲੈ ਲਈ ਹੈ, ਪਰ ਨਾ ਉਹਨੂੰ ਪ੍ਰੋਸੈਸ ਪੂਰੀ ਤਰ੍ਹਾਂ ਕਰ ਰਿਹਾ, ਨਾ ਕੋਈ ਹੋਰ ਕਮਾਂਡ ਲੈ ਰਿਹਾ। ਉਹੀ ਚੀਜ਼ ਹੋਈ ਜਾ ਰਹੀ ਹੈ। ਇਹ ਸੈਕਿੰਡ ਜਿਹੜਾ ਹੈਗਾ ਕੋਪਿੰਗ ਮਕੈਨਿਜ਼ਮ ਅਸੀਂ ਅਡਾਪਟ ਕਰਦੇ ਹਾਂ। ਦੋਨੋਂ ਮੈਂਟਲ ਹੈਲਥ ਨੂੰ ਲੈ ਬੈਂਦੇ ਨੇ। ਇੱਕ
ਇੱਕ ਤੀਸਰਾ ਜਿਹੜਾ ਉੱਥੇ ਅੱਜ ਕੱਲ੍ਹ ਕਰ ਰਹੇ ਨੇ, ਐਜੂਕੇਟ ਕਰੋ ਆਪਣੇ ਆਪ ਨੂੰ, ਦੂਜਿਆਂ ਨੂੰ। ਮੈਂ ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਕੇ ਵਾਈਂਡ ਅਪ ਕਰਦਾ। ਮਹਾਰਾਜ ਬਿਆਨ ਕਰਦੇ, ਜਦੋਂ ਮੌਤ ਬਾਰੇ ਕੁਝ ਸਮਝਣਾ ਜਾਣਨਾ ਹੋਏ ਨਾ, ਤੇ ਇਸ ਤਰ੍ਹਾਂ ਜਾਣੀ ਕਿ ਪਵਨ ਹੈ ਮੈਂ ਪਵਨ ਸਮਾਇਆ, ज्योति में ज्योत रल जाया, माटी माटी हुई एक, रोवन हारे की कवन टेक। बंदे कहते वेदन करो, हाँ वक्ती तौर पर रुदन होना ये ठीक है, पर जिहड़ा रुदन है तुहाडा पार्ट ऑफ योर लाइफ हो जाए, दैट्स अनएक्सैप्टेबल है। ਇਹਦੇ ਵਿੱਚੋਂ ਡਿਪਰੈਸ਼ਨ ਡਿਵੈਲਪ ਹੁੰਦਾ, ਇਹਦੇ ਵਿੱਚੋਂ ਹੀ ਜਿਹੜਾ ਹੈਗਾ PTSD ਪੋਸਟ ਡਿਪਾਰਟ ਜਿਹੜਾ ਹੈਗਾ ਟਰਾਮੈਟਿਕ ਡਿਸਆਰਡਰ ਜਿਹੜਾ ਹੁੰਦਾ, ਉਸ ਤਰੀਕੇ ਨਾਲ ਨਿਕਲ ਕੇ ਆਉਂਦੇ। ਸਭ ਅਲਾਮਤਾਂ ਉੱਥੋਂ ਆਉਂਦੀਆਂ ਨਿਕਲ ਕੇ। ਕਿਆ ਇਹ ਚੀਜ਼ਾਂ ਇਹ ਹੈਲਦੀ ਨਹੀਂ ਹੈਗੀਆਂ? ਇਸ ਕਰਕੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ, ਉਹ ਬੰਦੇ ਧਿਆਨ ਨਾਲ ਦੇਖ, ਪਵਨ ਹੈ ਮੈਂ ਪਵਨ ਸਮਾਇਆ, ज्योति में ज्योत रल जाया, माटी माटी हुई एक, रोवन हारे की कवन टेक। कोई गुजर गया जी, कौन मुआ रे कौन मुआ, ब्रह्म ज्ञानी मिल करो विचार, यह तो चलत भया। एक साइकिल आ, चलाएमान संसार आ, तत्त जुड़े ने तत्त उखड़ रहे ने, एक पूरा का पूरा साइकिल प्रोसैस चल रहा है। इनू इस तरीके नाल समझो, गुजरे जी के निमित्त तुहाडे जिहड़े फरजात विच लास्ट फर्ज आउंदा, इसे करके उहनूं असीं अंतिम संस्कार, अंतम अरदास, अंतम मर्यादा उस रूप विच कहने आ। इहदे विच भी गुरु साहब ने कहा सिक्ख्या लैणी है, सिक्ख्या लैणी है, जो गुजरे ਉਹਦੇ गुणां नाल सांझ पाउणी है, ਉਹਦੇ प्रति करतार नूं अरदास करनी है भी अब की बार बख्श बंदे को बहुर ना पहुँचल फेरा। साईं दाता अकाल पुरख जो जी गुजरिया है वो तेरे चरणों चों निवास बख्शी, क्योंकि ये साडा एहसास आ। तो दूसरा गुजरे दे निमित्त सिक्ख्या लैनी है कि शरीर है, जीवन ये बड़ा प्रीशियस है, बड़ा वैल्यूएबल है, इनू चंगे पासे लाना है। इसो असीं रूप लैके सिक्ख्या लैके जावांगे। मैं फिर बेनती करा, जाण वाले दा जाना भला है, तुहाडा इत्थे बहना भला है। इन्नियां क बेनतियां नाल खिमा भुलां गलतियां ना चतारनियां भाई साहब समापन कराउणगे। मैं इत्थे इजाजत चाहांगा। सब प्रेम आवाज़ दे के कहना जी, वाहिगुरू जी का खालसा, वाहिगुरू जी की फतेह।